ਹੈਲੋ ਸਟੂਡੈਂਟ, ਹੁਣ ਆਪਾਂ MIS ਦੇ ਜੋ ਜੇ ਆਪਾਂ ਸਬਜੈਕਟ ਦੇ ਅਕੋਰਡਿੰਗ ਉਹਦੀ ਦੇਖੀਏ ਸਿਲੇਬਸ ਦੇ ਅਕੋਰਡਿੰਗ ਤਾਂ ਬਿਜ਼ਨਸ ਸਿਸਟਮ ਹੈ। ਅਦਰਵਾਈਜ਼ ਇਹ ਟਾਈਪ ਆਫ ਇਨਫੋਰਮੇਸ਼ਨ ਸਿਸਟਮ ਦੇ ਵਿੱਚ ਆਉਂਦਾ। ਤਾਂ ਟਾਈਪ ਆਫ ਇਨਫੋਰਮੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਸਿਸਟਮ ਪਤਾ ਹੋਣਾ ਚਾਹੀਦਾ। ਇਨਫੋਰਮੇਸ਼ਨ ਜੋ ਆਪਾਂ ਡਾਟਾ ਲੈ ਕੇ ਆਏ ਉਹਦਾ ਪ੍ਰੋਪਰਲੀ ਸਿਸਟਮ ਹੈ ਜੋ ਢਾਂਚੇ 'ਚ ਪੂਰੀ ਉਹਨੂੰ ਪ੍ਰੋਸੈਸਿੰਗ ਕਰਕੇ ਅਤੇ ਉਹਨੂੰ ਬਣਾਈ ਹੋਈ ਜਾਣਕਾਰੀ ਇੱਕ ਜੋ ਕਿ ਇੱਕ ਬਿਜ਼ਨਸ ਦੇ ਵਿੱਚ ਅਲੱਗ-ਅਲੱਗ ਪਾਰਟਸ ਦੇ ਵਿੱਚ ਕੰਮ ਆਉਂਦੀ ਹੈ। ਜਿਵੇਂ ਹੁਣ ਦੇਖਦੇ ਹਾਂ ਕਿ ਇਨਫੋਰਮੇਸ਼ਨ ਸਿਸਟਮ ਦਾ ਜਿਹੜਾ ਪਰਪਸ ਹੈ ਦੈਟ ਸਪੋਰਟ ਬਿਜ਼ਨਸ ਆਪਰੇਸ਼ਨਸ, ਬਿਜ਼ਨਸ ਦੇ ਸਾਰੇ ਕੰਮਾਂ ਨੂੰ ਚਾਹੇ ਡਿਸੀਜ਼ਨ ਲੈਣਾ ਮੈਨੇਜਰ ਦੇ ਤੌਰ 'ਤੇ ਤਾਂ ਉਹਦੇ ਵਿੱਚ ਹੈਲਪ ਕਰਦਾ। ਓਪਰੇਸ਼ਨ ਸਪੋਰਟ ਸਿਸਟਮ ਕੀ ਚੀਜ਼ ਆ? ਓਪਰੇਸ਼ਨ ਸਪੋਰਟ ਸਿਸਟਮ ਇੱਕ ਤਰ੍ਹਾਂ ਦਾ ਸੋਫਟਵੇਅਰ ਹੈਗਾ ਜਿਹਦੇ ਵਿੱਚ ਸਾਰੇ ਕੰਮਾਂ ਦੇ ਬਾਰੇ ਅਲੱਗ-ਅਲੱਗ ਜੋ ਵੀ ਕੰਮ ਦਿੱਤੇ ਹੁੰਦੇ ਆ ਅਲੱਗ-ਅਲੱਗ ਡਿਪਾਰਟਮੈਂਟ ਉਹ ਸਾਰੇ ਕੰਮ ਹੁੰਦੇ ਆ। ਜਿਵੇਂ ਕਿ ਆਪਾਂ ਦੇਖਦੇ ਕਿ ਸਭ ਤੋਂ ਪਹਿਲਾਂ ਜਿਵੇਂ ਇਹਨਾਂ ਨੇ ਲਿਖਿਆ ਪ੍ਰੋਡਿਊਸ ਵੈਰਾਈਟੀ ਆਫ ਇਨਫੋਰਮੇਸ਼ਨ ਪ੍ਰੋਡਕਟ ਫॉर ਇੰਟਰਨਲ ਐਂਡ ਐਕਸਟਰਨਲ। ਇੰਟਰਨਲ ਜੋ ਆਪਾਂ ਬਿਜ਼ਨਸ ਦੇ ਵਿੱਚ ਐਕਸਟਰਨਲ ਜਾਂ ਇੰਟਰਨਲ ਲੈਵਲ 'ਤੇ ਜੋ ਵੀ ਪ੍ਰੋਡਕਟ ਨੂੰ ਯੂਜ਼ ਕਰਨ ਲਈ ਇਨਫੋਰਮੇਸ਼ਨ ਦੀ ਵੈਰਾਇਟੀ ਸਾਡੇ ਕੋਲ ਪੈਦਾ ਹੁੰਦੀ ਹੈ ਅਤੇ ਉਹ ਸਾਨੂੰ ਸਪੋਰਟ ਆਪਰੇਸ਼ਨ ਸਿਸਟਮ ਤੋਂ ਹੀ ਹੁੰਦੀ ਹੈ। ਕਿਉਂਕਿ ਜੋ ਕੰਮ ਕਰਦੇ ਆਪਰੇਸ਼ਨ ਕਰਦੇ ਆ ਉਹਨਾਂ ਤੋਂ ਹੀ ਪਤਾ ਲੱਗਦਾ ਵੀ ਕਿਸ ਚੀਜ਼ ਦਾ ਰਿਜ਼ਲਟ ਬੈਟਰ ਆਇਆ, ਕਿਸ ਦੀ ਟ੍ਰਾਂਜੈਕਸ਼ਨ ਕਿਵੇਂ ਹੋਈ ਹੈ। ਤਾਂ ਇਹਦੇ ਵਿੱਚ ਟ੍ਰਾਂਜੈਕਸ਼ਨਸ ਵੀ ਆ ਜਾਂਦੀਆਂ ਨੇ। ਜਿਵੇਂ ਦੇ ਡੋਂਟ ਐਮਫੈਸਿਸ ਪ੍ਰੋਡਿਊਸਿੰਗ ਦਾ ਸਪੈਸੀਫਿਕ ਇਨਫੋਰਮੇਸ਼ਨ ਪ੍ਰੋਡਕਟ ਦੈਟ ਕੈਨ ਬੀ ਯੂਜ਼ ਬਾਏ ਮੈਨੇਜਰ, ਜਿਹੜੀ ਕਿ ਬੈਸਟ ਮੈਨੇਜਰ ਦੇ ਦੁਆਰਾ ਯੂਜ਼ ਕੀਤੀ ਜਾਂਦੀ ਹੈਗੀ ਜਾਂ ਨਾ ਕਿ ਉਹ ਪ੍ਰੋਡਕਟ ਦੀ ਪ੍ਰੋਡਿਊਸ 'ਤੇ ਜ਼ੋਰ ਦਿੱਤਾ ਜਾਂਦਾ ਹੈ। ਤਾਂ ਫਰਦਰ ਪ੍ਰੋਸੈਸਿੰਗ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਇਜ਼ ਯੂਜ਼ਲੀ ਰਿਕੁਆਇਰਡ ਹੁੰਦੀ ਹੈ ਇਹਦੇ ਅਕੋਰਡਿੰਗ। ਤਾਂ ਇਹਦਾ ਸਭ ਤੋਂ ਵੱਡਾ ਇੱਕ ਬਿਜ਼ਨਸ ਦਾ ਰੋਲ ਕੀ ਹੈ? ਜਿਵੇਂ ਇੱਕ ਕੰਪਨੀ ਆ, ਫਾਰਮ ਹੈ, ਫੈਕਟਰੀ ਹੈ, ਉਸਦੇ ਜਿਹੜੇ ਓਪਰੇਸ਼ਨ ਹੁੰਦੇ ਆ ਸਪੋਰਟ ਸਿਸਟਮ ਐਫੀਸ਼ੀਐਂਟਲੀ ਹੁੰਦੇ ਆ ਪ੍ਰੋਸੈਸ ਦੇ ਵਿੱਚ। ਬਿਜ਼ਨਸ ਟ੍ਰਾਂਜੈਕਸ਼ਨ ਹੋ ਗਏ ਜੋ ਵੀ ਓਪਰੇਸ਼ਨ ਦੇ ਵਿੱਚ ਸਾਰੇ ਬਿਜ਼ਨਸ ਵਿੱਚ ਕੰਮ ਆਉਂਦੇ ਨੇ। ਉਸ ਤੋਂ ਕਿੱਦਾਂ ਜਿਸ ਤਰ੍ਹਾਂ ਆਪਾਂ ਪੈਟਰਨ ਦੇਖ ਸਕਦੇ ਹਾਂ ਇਨਫੋਰਮੇਸ਼ਨ ਸਿਸਟਮ, ਓਪਰੇਸ਼ਨ ਸਪੋਰਟ ਸਿਸਟਮ, ਮੈਨੇਜਮੈਂਟ ਸਪੋਰਟ ਸਿਸਟਮ। ਤਾਂ ਇਹਦੇ ਵਿੱਚ ਅੱਗੇ ਇਹਨਾਂ ਦੇ ਪਾਰਟਸ ਨੇ ਜਿਵੇਂ ਇਹਨਾਂ ਨੇ ਬਣਾਇਆ ਹੋਇਆ ਟ੍ਰਾਂਜੈਕਸ਼ਨ ਪ੍ਰੋਸੈਸਿੰਗ, ਪ੍ਰੋਸੈਸ ਕੰਟਰੋਲ, ਇੰਟਰਪ੍ਰਾਈਜ਼ ਕੋਲੈਬੋਰੇਸ਼ਨਸ। ਤਾਂ ਉਸੇ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਆਪਾਂ ਐਕਸਪਲੇਨ ਕਰਾਂਗੇ TPS ਕੀ ਹੈ? ਟ੍ਰਾਂਜੈਕਸ਼ਨ ਪ੍ਰੋਸੈਸਿੰਗ। ਆਪਾਂ ਨੂੰ ਸਿਰਫ ਕਾਪੀ ਟੂ ਕਾਪੀ ਲਿਖਣ ਦੀ ਜ਼ਰੂਰਤ ਨਹੀਂ ਹੈ, ਆਪਾਂ ਆਪਦੇ ਅਕੋਰਡਿੰਗ ਆਈਡੀਆ ਲੈ ਕੇ ਵੀ ਬਣਾ ਸਕਦੇ। ਜਿਵੇਂ ਕਿ ਸਭ ਤੋਂ ਪਹਿਲਾਂ ਤੁਹਾਨੂੰ ਐਕਸਪਲੇਨ ਹੋਣਾ ਚਾਹੀਦਾ ਇਹਦਾ ਮਤਲਬ ਕੀ ਹੈ, ਤਾਂ ਉਸੇ ਦੇ ਅਕੋਰਡਿੰਗ ਤੁਸੀਂ ਬਣਾ ਸਕਦੇ ਹੋ। ਟ੍ਰਾਂਜੈਕਸ਼ਨ ਹੁੰਦਾ ਕੋਈ ਵੀ ਲੈਣ ਦੇਣ ਕਰਨਾ, ਜਿਵੇਂ ਕਿ ਬਿਜ਼ਨਸ ਦੇ ਵਿੱਚ ਜੋ ਵੀ ਲੈਣ ਦੇਣ ਹੁੰਦਾ ਚਾਹੇ ਤੁਸੀਂ ਪੈਸਿਆਂ ਦਾ ਹੋ ਜਾਓ ਚਾਹੇ ਬਿਜ਼ਨਸ ਦੇ ਰਿਗਾਰਡਿੰਗ ਜੋ ਪ੍ਰੋਡਕਟ ਇਨਕਰੀਜ਼ ਕਰ ਰਹੇ ਹੋ ਉਸ ਦਾ ਹੋ ਜੇ, ਤਾਂ ਉਹ ਜੋ ਵੀ ਰਿਕਾਰਡ ਤੁਸੀਂ ਰੱਖਦੇ ਹੋ ਉਹਦੇ ਬੇਸ 'ਤੇ ਜੋ ਟ੍ਰਾਂਜੈਕਸ਼ਨ ਹੁੰਦੀਆਂ। ਐਗਜ਼ਾਮਪਲ ਆਫ ਆਪਰੇਸ਼ਨ ਸਪੋਰਟ ਸਿਸਟਮ ਦੈਟ ਰਿਕਾਰਡ ਐਂਡ ਪ੍ਰੋਸੈਸ ਡਾਟਾ ਰਿਜ਼ਲਟ ਫਰੋਮ ਦਾ ਬਿਜ਼ਨਸ ਟ੍ਰਾਂਜੈਕਸ਼ਨ, ਜਿਹੜਾ ਕਿ ਬਿਜ਼ਨਸ ਟ੍ਰਾਂਜੈਕਸ਼ਨ ਤੋਂ ਉਹਨਾਂ ਨੂੰ ਰਿਜ਼ਲਟ ਨਿਕਲਦਾ ਡਾਟਾ ਪ੍ਰੋਸੀਡ ਹੋ ਕੇ। ਜੋ ਬਿਜ਼ਨਸ ਦਾ ਘਾਟਾ ਹੈ ਜਾਂ ਵਾਧਾ ਜਾਂ ਤੁਹਾਨੂੰ ਲਾਭ ਹੋਇਆ ਜਾਂ ਪ੍ਰੋਫਿਟ ਹਨ ਜੋ ਵੀ ਹੋਇਆ ਲੋਸ, ਤਾਂ ਉਹ ਜਿਹੜਾ ਤੁਹਾਨੂੰ ਬਿਜ਼ਨਸ ਦੀ ਟ੍ਰਾਂਜੈਕਸ਼ਨ ਤੋਂ ਬਾਅਦ ਹੀ ਪਤਾ ਚੱਲਦਾ, ਉਹਦੇ ਅਕੋਰਡਿੰਗ ਤੁਹਾਡਾ ਰਿਕਾਰਡ ਹੁੰਦਾ। ਜਿਵੇਂ ਕਿ ਆਪਾਂ ਜੇ ਰੀਅਲ ਲਾਈਫ 'ਚ ਦੇਖੀਏ ਤਾਂ ਆਪਾਂ ਰਿਜ਼ਰਵੇਸ਼ਨ ਕਰਵਾਉਂਦੇ ਹਾਂ ਤਾਂ ਉਹਦੇ ਆਪਾਂ ਨੂੰ ਨਾਲ ਦੀ ਨਾਲ ਔਨਲਾਈਨ ਹੀ ਸਾਰਾ ਸਿਸਟਮ ਆ ਜਾਂਦਾ। ਦੈਟ ਇਜ਼ ਰੀਅਲ ਟਾਈਮ ਸਿਸਟਮ। ਬੈਚ ਪ੍ਰੋਸੈਸਿੰਗ ਹੁੰਦਾ ਸੀ ਪਹਿਲੇ ਜੋ ਆਪਾਂ ਨੂੰ ਅਲੱਗ ਤੋਂ ਡਿਫਰੈਂਟ ਹੈ ਓਕੇ ਜਾ ਕੇ ਕਰਵਾਉਣਾ ਪੈਂਦਾ ਸੀ, ਸਟੈਪ ਬਾਏ ਸਟੈਪ ਹੁੰਦਾ ਸੀ ਪ੍ਰੋਸੈਸ ਉਹਦੇ ਵਿੱਚ। ਜਿਵੇਂ ਤੁਸੀਂ ਦੇਖਦੇ ਹੋ ਕਿ ਹੁਣ ਰਿਜ਼ਰਵੇਸ਼ਨ ਆਪਾਂ ਔਨਲਾਈਨ ਕਿਤੇ ਵੀ ਕਰਵਾ ਸਕਦੇ ਹਾਂ ਬੈਠੇ ਘਰੋਂ, ਆਪਾਂ ਨੂੰ ਆਉਣ ਜਾਣ ਦਾ ਆਪਣਾ ਸਾਰਾ ਜਿਹੜਾ ਖਰਚਾ ਆਪਾਂ ਨੂੰ ਕੋਈ ਉਹਦਾ ਨਹੀਂ ਪੈਂਦਾ ਗਾ, ਕੋਸਟ ਨਹੀਂ ਪੈਂਦੀ। ਤਾਂ ਟ੍ਰਾਂਜੈਕਸ਼ਨ ਹੋ ਗਿਆ ਪ੍ਰੋਸੈਸਿੰਗ ਸਿਸਟਮ, ਇੱਕ ਤਰ੍ਹਾਂ ਦਾ ਸੋਫਟਵੇਅਰ ਹੈ ਜਿਹਦੇ ਵਿੱਚ ਸਾਰੀਆਂ ਟ੍ਰਾਂਜੈਕਸ਼ਨਾਂ ਬਿਜ਼ਨਸ ਦੀਆਂ, ਫੈਕਟਰੀ ਦੀਆਂ ਜਿੱਥੇ ਕੰਮ ਕਰ ਰਹੇ ਹੋ ਉਹਦੀਆਂ ਆਉਂਦੀਆਂ ਅਤੇ ਜਿਨ੍ਹਾਂ ਤੋਂ ਸਾਡਾ ਰਿਜ਼ਲਟ ਨਿਕਲਦਾ ਸਾਨੂੰ ਪਤਾ ਲੱਗਦਾ ਪ੍ਰੋਫਿਟ ਲੋਸ ਸਾਰੇ। ਪ੍ਰੋਸੈਸ ਕੰਟਰੋਲ ਸਿਸਟਮ ਇਹ ਕੀ ਹੈ? ਜਿਸ ਤਰ੍ਹਾਂ ਪ੍ਰੋਸੈਸ ਕੰਟਰੋਲ ਤੋਂ ਵਰਡ ਤੋਂ ਹੀ ਪਤਾ ਲੱਗ ਜਾਂਦਾ ਸਾਰੇ ਸਿਸਟਮ ਨੂੰ ਕੰਟਰੋਲ ਕਰਨਾ। ਹੁਣ ਤੁਸੀਂ ਰਿਜ਼ਰਵੇਸ਼ਨ ਤਾਂ ਕਰਵਾ ਲਈ, ਉਹਦੇ ਵਿੱਚ ਚੇਂਜਸ ਆਪਦੇ ਅਕੋਰਡਿੰਗ ਨਹੀਂ ਕਰ ਸਕਦੇ ਕਿਉਂਕਿ ਉਹਦਾ ਤਾਂ ਫਿਰ ਕੋਈ ਮਤਲਬ ਹੀ ਨਹੀਂ। ਉਹ ਸੋਫਟ ਵੀ ਇਸ ਤਰ੍ਹਾਂ ਦਾ ਪ੍ਰੋਸੈਸਿੰਗ ਤੋਂ ਬਾਅਦ ਜਿਹੜੇ ਪ੍ਰੋਸੈਸ ਆ ਉਹ ਇੱਕ ਸੋਫਟਵੇਅਰ ਦੇ ਅੰਦਰ ਹੀ ਕੰਟਰੋਲ ਸਿਸਟਮ ਲਗਾਇਆ ਹੁੰਦਾ ਜਿਹਨੂੰ ਆਪਣੇ ਆਪ ਹੀ ਕੰਟਰੋਲ ਕਰਦਾ। ਜੇ ਆਪਣੇ ਕੋਲ ਉਹਨਾਂ ਦੇ ਕੋਲ ਸੀਟਾਂ ਗਾ ਤਾਂ ਉਹਨਾਂ ਹੀ ਉਹ ਦਿਖਾਉਣਗੇ ਵੀ ਇੰਨੀ ਰਿਜ਼ਰਵੇਸ਼ਨ ਦੇ ਅਕੋਰਡਿੰਗ ਰਹਿ ਗਈਆਂ, ਇੰਨੀਆਂ ਤੁਹਾਡੀਆਂ ਸੀਟਾਂ ਜਿਹੜੀਆਂ ਲੱਗ ਗਈਆਂ। ਕੋਲਾਬੋਰੇਸ਼ਨ ਵਾਲੇ ਵਰਡ ਤੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਟੀਮ ਵਰਕ। ਨੌਲੇਜ ਵਰਕ ਇਨ ਪ੍ਰੋਜੈਕਟ ਟੀਮ ਮੇ ਵੀ ਯੂਜ਼ ਇਲੈਕਟ੍ਰੋਨਿਕ ਮੇਲ ਟੂ ਐਂਡ ਰਿਸੀਵ ਇਲੈਕਟ੍ਰੋਨਿਕ ਮੈਸੇਜ, ਵੀਡੀਓ ਕਾਨਫਰੰਸ, ਹੋਲਡ ਇਲੈਕਟ੍ਰੋਨਿਕ ਮੀਟਿੰਗ ਟੂ ਦਾ ਦੇਅਰ ਐਕਟੀਵਿਟੀ। ਤਾਂ ਇਹ ਉਹ ਸਿਸਟਮ ਹੈ ਜਿਹਦੇ ਵਿੱਚ ਤੁਸੀਂ ਮੰਨ ਲਓ ਇੱਕ ਬਿਜ਼ਨਸ ਕਰ ਰਹੇ ਹੋ ਤਾਂ ਕਈ ਵਾਰੀ ਆਪਾਂ ਨੂੰ ਵੀਡੀਓ ਕਾਨਫਰੰਸ ਦੇ ਥਰੂ ਫੋਰਨ ਦੇ ਵਿੱਚ ਵੀਡੀਓ ਕਾਨਫਰੰਸ ਦੇ ਮੀਟਿੰਗ ਕਰਨੀ ਪੈ ਸਕਦੀ ਹੈ, ਮੇਲ ਵਗੈਰਾ ਆਪਾਂ ਕਰ ਸਕਦੇ ਹਾਂ, ਤਾਂ ਉਹ ਚੀਜ਼ ਹੋ ਗਈ। ਅੱਗੇ ਹੈਗਾ ਮੈਨੇਜਮੈਂਟ ਸਪੋਰਟ ਸਿਸਟਮ।
ਤਾਂ ਵੈਨ ਵੀ ਇਨਫੋਰਮੇਸ਼ਨ ਸਿਸਟਮ ਐਪਲੀਕੇਸ਼ਨ ਫੋਕਸ ਔਨ ਪ੍ਰੋਵਾਈਡਿੰਗ ਇਨਫੋਰਮੇਸ਼ਨ ਐਂਡ ਸਪੋਰਟ ਇਫੈਕਟਿਵ ਡਿਸੀਜ਼ਨ ਮੇਕਿੰਗ ਬਾਈ ਮੈਨੇਜਰ ਦੇ ਦੁਆਰਾ ਜਦੋਂ ਡਿਸੀਜ਼ਨ ਲੈਣ ਦਾ ਉਹ ਕਿਸ ਤੇ ਬੇਸ ਹੁੰਦਾ ਇਨਫੋਰਮੇਸ਼ਨ 'ਤੇ। ਉਹ ਕਿਹੜੀ ਇਨਫੋਰਮੇਸ਼ਨ ਜਿਹੜੀ ਮੈਨੇਜਮੈਂਟ ਵੱਲੋਂ ਦਿੱਤੀ ਜਾਂਦੀ ਹੈ, ਜੋ ਆਪਣੇ ਕੋਲ ਇਨਫੋਰਮੇਸ਼ਨ ਹੋਏਗੀ। ਤਾਂ ਸਪੋਰਟ ਡਿਸੀਜ਼ਨ ਮੇਕਿੰਗ ਬਾਈ ਆਲ ਦਾ ਮੈਨੇਜਰ ਬਿਜਨਸ ਐਂਡ ਪ੍ਰੋਫੈਸ਼ਨਲ ਕੰਪਲੈਕਸ ਟਾਸਕ ਹੈ ਸਭ ਤੋਂ ਬਿਜਨਸ ਦਾ ਸਭ ਤੋਂ ਔਖਾ, ਕਿਉਂਕਿ ਡਿਸੀਜ਼ਨ ਹੀ ਸਾਰੇ ਇਨਫੋਰਮੇਸ਼ਨ 'ਤੇ ਡਿਪੈਂਡ ਕਰਦਾ। ਅਗਰ ਇਨਫੋਰਮੇਸ਼ਨ ਗਲਤ ਹੈ ਤਾਂ ਡਿਸੀਜ਼ਨ ਗਲਤ ਹੋਏਗਾ, ਡਿਸੀਜ਼ਨ ਗਲਤ ਹੋਏਗਾ ਤਾਂ ਤੁਹਾਡਾ ਬਿਜਨਸ ਲੋਸ 'ਚ ਜਾਏਗਾ। ਤਾਂ ਸਿਵਲ ਮੇਜਰ ਆਫ ਟਾਈਪ ਆਫ ਇਨਫੋਰਮੇਸ਼ਨ ਸਿਸਟਮ ਹੁੰਦੇ ਆ ਜਿਹੜੇ ਕਿ ਡਿਸੀਜ਼ਨ ਵੈਰਾਈਟੀ ਆਫ ਡਿਸੀਜ਼ਨ ਮੇਕਿੰਗ ਰਿਸਪੋਂਸੀਬਿਲਿਟੀ ਹੁੰਦੀ ਹੈ, ਆਪਾਂ ਨੂੰ ਵੀ ਪਤਾ ਹੈ। ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਹੋ ਗਿਆ, ਡਿਸੀਜ਼ਨ ਲੈਣ ਵਾਲਾ ਸਪੋਰਟ ਸਿਸਟਮ ਹੋ ਗਿਆ ਜਿਸ 'ਤੇ ਡਿਪੈਂਡ ਹੋ ਗਿਆ, ਐਗਜ਼ੀਕਿਊਟਿਵ ਇਨਫੋਰਮੇਸ਼ਨ ਹੋ ਗਈ ਜੋ ਕਾਰਜਵਾਰੀ ਹੁੰਦੀ ਹੈ ਆਪਣੀ। ਤਾਂ ਉਸੇ ਦੇ ਅਕੋਰਡਿੰਗ ਆਪਾਂ ਨੂੰ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ, ਇਹ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਕੀ ਹੈ, ਜਿਹਦਾ ਪ੍ਰੋਪਰਲੀ ਵਰਕ ਹੁੰਦਾ ਆਪਾਂ ਜਿਹਦੇ 'ਤੇ ਸਾਰਾ ਡਿਪੈਂਡ ਕਰਦਾ। ਜੇ ਮੈਨੇਜਮੈਂਟ ਜਿਹੜੀ ਆਪਣੀ ਗਲਤ ਹੈ, ਉਹਦੀ ਇਨਫੋਰਮੇਸ਼ਨ ਹੀ ਸਿਸਟਮ ਪ੍ਰੋਪਰ ਵਰਕ ਨਹੀਂ ਹੈ, ਤਾਂ ਆਪਣਾ ਬਿਜ਼ਨਸ ਕਿਵੇਂ ਚੱਲੂਗਾ। ਡਿਸੀਜ਼ਨ ਸਪੋਰਟ ਸਿਸਟਮ ਇਸ ਤਰ੍ਹਾਂ ਦਾ ਸਪੋਰਟ ਸਿਸਟਮ ਹੈ ਜਿਹਦੇ ਬੇਸ 'ਤੇ ਆਪਾਂ ਡਿਸੀਜ਼ਨ ਲੈਂਦੇ ਹਾਂ। ਆਪਾਂ ਕੰਪਨੀ ਖੋਲ੍ਹ ਰਹੇ ਹਾਂ ਤਾਂ ਆਪਾਂ ਨੂੰ ਵੀ ਪਤਾ ਹੋਣਾ ਚਾਹੀਦਾ, ਆਪਾਂ ਫਿਰ ਹੀ ਡਿਸੀਜ਼ਨ ਲਵਾਂਗੇ ਵੀ ਇੱਥੇ ਆਪਾਂ ਐਡਵਰਟਾਈਜ਼ਮੈਂਟ ਕਰ ਲਈਏ। ਇਹਨਾਂ ਨੇ ਐਡਵਰਟਾਈਜ਼ਮੈਂਟ 'ਤੇ ਲਈ ਹੈ ਵੀ ਇਸ ਏਰੀਏ 'ਚ ਆਪਾਂ ਐਡਵਰਟਾਈਜ਼ਮੈਂਟ ਕਰ ਦਈਏ ਤਾਂ ਆਪਾਂ ਨੂੰ ਲਾਭ ਹੋਏਗਾ ਜਾਂ ਨਹੀਂ ਹੋਵੇਗਾ ਫਿਊਚਰ 'ਚ। ਤਾਂ ਉਸ ਚੀਜ਼ਾਂ ਦਾ ਸਪੋਰਟ ਜਿਹੜਾ ਡਿਸੀਜ਼ਨ ਆ ਉਸ ਬੇਸ 'ਤੇ ਲਿਆ ਜਾਂਦਾ। ਡਿਸੀਜ਼ਨ ਸਪੋਰਟ ਸਿਸਟਮ ਉਹ ਡਿਸੀਜ਼ਨ ਲੈਣ ਵਿੱਚ ਹੈਲਪ ਕਰਦਾ ਹੈ। ਐਗਜ਼ੀਕਿਊਟਿਵ ਹੁੰਦਾ ਕਾਰਜਕਾਰੀ, ਪੰਜਾਬੀ ਦੇ ਵਿੱਚ ਵਰਡ ਦੇਖੀਏ ਕਾਰਜਕਾਰੀ, ਜੋ ਵੀ ਆਪਣੀ ਇਨਫੋਰਮੇਸ਼ਨ ਦੇ ਬੇਸ 'ਤੇ ਕਾਰਜਕਾਰੀ ਹੁੰਦੀ ਹੈ। ਕ੍ਰਿਟੀਕਲ ਇਨਫੋਰਮੇਸ਼ਨ ਫਰੋਮ ਦਾ ਵਾਈਡ ਵੈਰਾਈਟੀ ਆਫ ਇੰਟਰਨਲ ਐਕਸਟਰਨਲ ਸੋਰਸ, ਜੋ ਆਪਣੇ ਕੋਲ ਸਾਰੇ ਯੂਜ਼ ਹੁੰਦੇ ਆ ਉਹਨਾਂ ਦੇ ਬੇਸ 'ਤੇ ਹੀ ਅਸੀਂ ਡਿਸਪਲੇ ਕਰਦਾ। ਜਿਹੜਾ ਐਗਜ਼ੀਕਿਊਟਿਵ ਹੁੰਦਾ ਜਾਂ ਮੈਨੇਜਰ ਹੁੰਦਾ ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹਨਾਂ 'ਤੇ ਬੇਸ ਕਰਦੀਆਂ, ਉਸੇ ਦੇ ਅਕੋਰਡਿੰਗ ਹੀ ਸਾਰਾ ਕੰਮ ਚੱਲਦਾ ਅੱਗੇ। ਤਾਂ ਉਸ ਤੋਂ ਐਕਸਟਰਾ ਵੀ ਕਲਾਸੀਫਿਕੇਸ਼ਨ ਕਹਿ ਸਕਦੇ ਹਾਂ ਆਪਣੇ ਇਨਫੋਰਮੇਸ਼ਨ ਸਿਸਟਮ ਦੇ ਟਾਈਪਸ ਹੁੰਦੇ ਨੇ, ਜਿਵੇਂ ਐਕਸਪਰਟ ਸਿਸਟਮ ਆਪਾਂ ਨੂੰ ਵੀ ਪਤਾ, ਜੇ ਆਪਾਂ ਕੋਈ ਸਲਾਹ ਲੈਣੀ ਵਕੀਲ ਦੀ ਤਾਂ ਆਪਾਂ ਕਹਿ ਦਿੰਦੇ ਹਾਂ, ਜਾਂ ਵੀ ਕੋਈ ਡਾਕਟਰ ਹੈ ਤਾਂ ਆਪਾਂ ਉਸ ਬੰਦੇ ਦੀ ਸਲਾਹ ਲੈਣੀ ਜੋ ਐਕਸਪਰਟ ਹੋਵੇ। ਤਾਂ ਬਿਜ਼ਨਸ 'ਚ ਵੀ ਉੱਦਾਂ ਹੀ ਐਕਸਪਰਟ ਸਿਸਟਮ ਬਣਾਇਆ ਜਾਂਦਾ ਇੱਕ, ਜਿਸ ਦੇ ਬੇਸ 'ਤੇ ਆਪਾਂ ਆਪਣਾ ਬਿਜ਼ਨਸ ਕਰਦੇ ਹਾਂ। ਨੌਲੇਜ ਹੋਵੇ ਉਹਦੇ ਕੋਲ, ਨੌਲੇਜ ਬੇਸਡ ਸਿਸਟਮ ਹੋਏਗਾ। ਇਹ ਐਕਸਪਰਟ ਹੋਏਗਾ ਐਡਵਾਈਸ ਦੇਣ 'ਚ, ਕੰਮ ਕਰਵਾਉਣ 'ਚ। ਤਾਂ ਜਿਵੇਂ ਕੰਸਲਟੈਂਟ ਟੂ ਯੂਜ਼ਰ ਹੈ, ਕੰਸਲਟੈਂਟ ਕਰਦੇ ਹੈ ਉਸੇ ਦੇ ਅਕੋਰਡਿੰਗ। ਐਗਜ਼ਾਮਪਲ ਕ੍ਰੈਡਿਟ ਐਪਲੀਕੇਸ਼ਨ ਐਡਵਾਈਜ਼ਰ, ਪ੍ਰੋਸੈਸ ਮੋਨੀਟਰ, ਡਾਇਗਨੋਸਟਿਕ ਮੇਨਟੇਨੈਂਸ ਸਿਸਟਮ, ਨੌਲੇਜ ਮੈਨੇਜਮੈਂਟ ਸਿਸਟਮ, ਨੌਲੇਜ ਬੇਸਡ ਸਿਸਟਮ। ਤਾਂ ਉਸ ਦੇ ਬੇਸਡ ਜਿਹੜੇ ਸਾਰੇ ਨੌਲੇਜ ਦੇ ਬੇਸਡ ਹੁੰਦੇ। ਨੌਲੇਜ ਬੇਸਡ ਮਤਲਬ ਨੌਲੇਜ ਬੇਸਡ ਸਿਸਟਮ ਸਪੋਰਟ ਦਾ ਕ੍ਰੀਏਸ਼ਨ, ਆਰਗੇਨਾਈਜੇਸ਼ਨ, ਡਿਸੈਮੀਨੇਸ਼ਨਸ ਬਿਜ਼ਨਸ ਨੌਲੇਜ ਵਿਦ ਇਨ ਦਾ ਇੰਟਰਨਾਈਜ਼। ਐਗਜ਼ਾਮਪਲ ਇੰਟਰਨੈਟ ਐਕਸੈਸ ਟੂ ਬੈਸਟ ਬਿਜ਼ਨਸ ਪ੍ਰੈਕਟਿਸ, ਸੇਲ ਪ੍ਰੈਕਟਿਸ, ਸਟ੍ਰੈਟਜੀ, ਕਸਟਮਰ ਪ੍ਰੋਬਲਮ ਰੀਸੋਲੂਸ਼ਨਸ ਸਿਸਟਮ। ਇਸ ਤਰ੍ਹਾਂ ਦਾ ਸਿਸਟਮ ਜਿਹਦੇ ਵਿੱਚ ਸਾਰੀ ਨੌਲੇਜ ਹੋਵੇ, ਜਿਹਨੂੰ ਔਰਗਨਾਈਜੇਸ਼ਨ ਨੂੰ ਚਲਾਉਣ ਦੀ ਸਾਰੀ ਨੌਲੇਜ ਹੋਵੇ, ਜਾਂ ਉਹਦੇ ਕੰਮ ਦੇ ਪ੍ਰਤੀ ਉਹਦੇ 'ਚ ਨਵੀਂ ਚੀਜ਼ ਕ੍ਰੀਏਟੇਸ਼ਨਸ ਕਰਨੀ ਹੈ, ਨਵੀਂ ਚੀਜ਼ ਕ੍ਰੀਏਟ ਕਰਨੀ ਹੈ ਤਾਂ ਉਹਨਾਂ ਚੀਜ਼ਾਂ ਬਾਰੇ ਨੌਲੇਜ ਹੋਵੇ। ਸਟ੍ਰੈਟਜੀ ਇਨਫੋਰਮੇਸ਼ਨ ਸਿਸਟਮ, ਤਾਂ ਇਸ ਤਰ੍ਹਾਂ ਦੀ ਸਟ੍ਰੈਟਜੀ ਬਣਾ ਸਕੇ ਜਿਹੜੀ ਨੂੰ ਇਨਫੋਰਮੇਸ਼ਨ ਪ੍ਰੋਪਰ ਬਣ ਜੇ। ਕੋਈ ਵੀ ਡਿਸੀਜ਼ਨ ਲੈਣਾ ਹੋਵੇ ਜਾਂ ਕੋਈ ਸਪੋਰਟ ਕਰਨੀ ਹੋਵੇ ਕਿਸੇ ਚੀਜ਼ ਦੀ, ਤਾਂ ਉਹਦੇ ਅਕੋਰਡਿੰਗ ਇਨਫੋਰਮੇਸ਼ਨ ਸਹੀ ਰਹੇ। ਸਪੋਰਟ ਆਪਰੇਸ਼ਨ ਔਰ ਮੈਨੇਜਮੈਂਟ ਪ੍ਰੋਸੈਸ ਪ੍ਰੋਵਾਈਡ ਫਾਰਮ ਸਟ੍ਰੈਟਜੀ ਪ੍ਰੋਡਕਟ ਸਰਵਿਸ ਐਂਡ ਕੈਪੇਬਿਲਿਟੀ ਕੰਪੈਟੀਟਿਵ ਐਡਵਾਂਟੇਜ। ਇਸ ਤਰ੍ਹਾਂ ਦਾ ਹੋਣਾ ਜਿਹਦੇ ਅਕੋਰਡਿੰਗ ਉਹਨਾਂ ਨੂੰ ਸਾਰਿਆਂ ਨੂੰ ਪ੍ਰੋਫਿਟ ਹੋਵੇ। ਸਟ੍ਰੈਟਜੀ ਬਣਾਉਣੀ, ਪ੍ਰੋਡਕਟ ਕਿਵੇਂ ਬਣਾਉਣਾ, ਕਿਵੇਂ ਆਪਾਂ ਨੂੰ ਘੱਟ ਤੋਂ ਘੱਟ ਕੋਸਟ ਲਗਾਉਣੀ ਹੈ ਤਾਂ ਕਿ ਬੈਸਟ ਰਿਜ਼ਲਟ ਆ ਸਕੇ। ਕੋਸਟ ਵੀ ਆਪਣੀ ਲਿਮਿਟ 'ਚ ਹੋਵੇ ਅਤੇ ਆਪਣਾ ਰਿਜ਼ਲਟ ਵੀ ਬੈਸਟ ਆ ਸਕੇ। ਸਰਵਿਸ ਪ੍ਰੋਵਾਈਡ ਕਰਨੀ ਲੋਕਾਂ ਨੂੰ। ਤਾਂ ਇਸੇ ਦੇ ਅਕੋਰਡਿੰਗ ਜਿਹੜਾ ਇਨਫੋਰਮੇਸ਼ਨ ਵਾਲਾ ਜਾਂ ਮੈਨੇਜਮੈਂਟ ਵਾਲਾ ਜਿਹੜਾ ਟੋਪਿਕ ਹੈ ਇਹ ਆਪਣੇ ਥਿਓਰੀਟੀਕਲ ਜ਼ਿਆਦਾ ਹੈਗਾ, ਤਾਂ ਆਪਾਂ ਨੂੰ ਸਾਰਿਆਂ ਨੂੰ ਥਿਓਰੀਟੀਕਲ ਜ਼ਿਆਦਾ ਧਿਆਨ ਦੇਣਾ ਪਊ, ਆਪਣੇ ਕੋਲੋਂ ਐਡ ਕਰਨਾ ਜ਼ਰੂਰੀ ਹੈਗਾ। ਤਾਂ ਆਪਣੀ ਜਨਰਲ ਨੌਲੇਜ ਵਧਾਓ, ਉਹਦੇ ਬੇਸ 'ਤੇ ਆਪਾਂ ਇਹਦੇ ਵਿੱਚ ਇੰਕਰੀਮੈਂਟ ਕਰ ਸਕਦੇ ਹਾਂ। ਤਾਂ MIS ਇਜ਼ ਇਹਦੇ ਟਾਈਪਸ।